ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਸ ਪਾਵਨ ਸਰੂਪ ਦੀ ਤੁਸੀਂ ਦਰਸ਼ਨ ਦੀਦਾਰੇ ਕਰ ਰਹੇ ਹੋ, ਇਹ ਸਰੂਪ ਆਪਣੇ ਆਪ 'ਚ ਇੰਨਾ ਖਾਸ ਹੈ ਕਿ ਇਸ ਨੂੰ ਪੁਰਾਤਨ ਦਿੱਖ 'ਚ ਲਿਆਉਣ ਲਈ ਬਾਬਾ ਹਰਜੀਤ ਸਿੰਘ ਸੰਗਤ ਦੇ ਸਹਿਯੋਗ ਨਾਲ ਪੂਰੀ ਕੋਸ਼ਿਸ਼ ਕਰ ਰਹੇ ਨੇ। ਪਹਿਲਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 325 ਸਾਲ ਪੁਰਾਣੇ ਸਰੂਪ ਦੇ ਦਰਸ਼ਨ ਕਰੋ, ਫਿਰ ਅਸੀਂ ਤੁਹਾਨੂੰ ਸਾਰਾ ਮਾਮਲਾ ਸਮਝਾਉਂਦੇ ਹਾਂ ਕਿ ਆਖਿਰ ਇਸ ਸਰੂਪ ਨੂੰ ਪੁਰਾਤਨ ਦਿੱਖ 'ਚ ਲਿਆਉਣ ਲਈ ਕਿਉਂ 70 ਤੋਂ 80 ਲੱਖ ਰੁਪਏ ਸੰਗਤ ਵੱਲੋਂ ਖਰਚਿਆ ਜਾ ਰਿਹਾ ਹੈ। ਅਸਲ 'ਚ ਇਸ ਸਰੂਪ ਬਾਰੇ ਮੰਨਿਆ ਜਾ ਰਿਹਾ ਹੈ ਕਿ ਇਹ ਸਰੂਪ ਬਾਬਾ ਦੀਪ ਸਿੰਘ ਵੱਲੋਂ ਲਿਖਿਆ ਗਿਆ ਤੀਜਾ ਹੱਥ ਲਿਖਤ ਸਰੂਪ ਹੈ, ਜਿਸ ਦੀ ਸੇਵਾ ਵੰਡ ਤੋਂ ਪਹਿਲਾਂ ਪਾਕਿਸਤਾਨ ਰਹਿੰਦੇ ਇੱਕ ਸਿੰਧੀ ਪਰਿਵਾਰ ਕਰ ਰਿਹਾ ਸੀ। ਪਰ ਵੰਡ ਉਪਰੰਤ ਪਰਿਵਾਰ ਭਾਰਤ ਆ ਗਿਆ ਤੇ ਗੁਰੂ ਸਾਹਿਬ ਦਾ ਸਰੂਪ ਵੀ ਆਪਣੇ ਨਾਲ ਲੈ ਆਇਆ। ਇਸ ਦੌਰਾਨ ਸੇਵਾ ਕਰਨ ਵਾਲੇ ਬਜ਼ੁਰਗ ਦੁਨੀਆ ਨੂੰ ਅਲਵਿਦਾ ਕਹਿ ਗਏ ਤੇ ਬੱਚੇ ਬਾਹਰ ਚਲੇ ਗਏ। ਪਰ ਬੜੇ ਦੁੱਖ ਨਾਲ ਦੱਸਣਾ ਪੈ ਰਿਹਾ ਹੈ ਕਿ ਇਹ ਸਰੂਪ ਇੱਕ ਕਮਰੇ 'ਚ ਪਿਆ ਰਹਿ ਗਿਆ। ਫਿਰ ਕਿਸ ਤਰੀਕੇ ਨਾਲ ਇਹ ਬਾਬਾ ਹਰਜੀਤ ਸਿੰਘ ਹੋਰਾਂ ਨੂੰ ਮਿਲਿਆ, ਸੁਣੋ ਪੂਰੀ ਕਹਾਣੀ। ਫਿਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਆਹ ਮੁਸਲਮਾਨ ਬੰਦਾ ਗੁਰੂ ਸਾਹਿਬ ਦੇ ਸਰੂਪ ਨਾਲ ਕੀ ਕਰ ਰਿਹਾ ਹੈ, ਜਿਸ ਨੂੰ ਸੁਣ ਕੇ ਤੁਹਾਡਾ ਦਿਲ ਬਾਗੋ ਬਾਗ ਹੋ ਜਾਏਗਾ ਅਤੇ ਤੁਹਾਡੀ ਇੱਛਾ ਮਹਾਰਾਜ ਦੇ ਦਰਸ਼ਨ ਕਰਨ ਦੀ ਹੋਣ ਲੱਗ ਜਾਏਗੀ। ਗੁਰੂ ਸਾਹਿਬ ਨੂੰ ਕੀੜਿਆਂ ਨੇ ਅਟੈਕ ਕਰ ਦਿੱਤਾ, ਨਾਲ ਹੀ ਸਲਾਬ ਨੇ ਅਟੈਕ ਕਰਤਾ ਮਹਾਰਾਜ ਤੇ। ਫਿਰ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਬਿਦਬੀਆਂ ਹੋਈਆਂ ਨਾ ਸ਼ੁਰੂ, ਬੜਾ ਉਦੋਂ ਭਿਆਨਕ ਸਮਾਂ ਚੱਲ ਰਿਹਾ। ਸਿੱਖ ਹਰ ਥਾਂ 'ਤੇ ਪੁਲਾਂ ਨੂੰ ਬੰਦ ਕੀਤਾ ਸੀ, ਕਿੰਨਾ ਕੁਛ ਹੈ, ਸਿੰਘ ਵੀ ਸ਼ਹੀਦ ਹੋਏ। ਉਸ ਵਕਤ ਉਹਨਾਂ ਨੇ ਫਿਰ ਕਿਸੇ ਮਹਾਂਪੁਰਸ਼ ਨਾਲ ਅਮਰੀਕਾ 'ਚ ਸੰਪਰਕ ਕੀਤਾ। ਉਹ ਵੀ ਬੱਚੇ ਵੀ ਅਮਰੀਕਾ 'ਚ ਰਹਿੰਦੇ ਸਨ। ਉਹਨਾਂ ਫਿਰ ਮੇਰੇ ਨਾਲ ਸੰਪਰਕ ਕੀਤਾ, ਬਾਬਾ ਜੀ ਇੱਕ ਪੁਰਾਤਨ ਸਰੂਪ ਆ, ਉਹਦੀ ਸੇਵਾ ਸੰਭਾਲ ਤੁਸੀਂ ਕਰੋਗੇ? ਮੈਂ ਜੀ ਸਦਕੇ ਸਿੱਖਿਆ ਗੁਰੂ ਸਾਹਿਬ ਦੀ ਸੇਵਾ ਕਰਨਾ ਸਾਡਾ ਫਰਜ਼ ਹੈ। ਫਿਰ ਅਸੀਂ ਸੇਵਾ ਵਾਸਤੇ ਹਾਂ ਕੀਤੀ। ਫਿਰ ਉਹਨਾਂ ਦਿੱਲੀ ਸਾਨੂੰ ਟਿਕਾਣਾ ਦੱਸਿਆ ਵੀ ਕਿੱਥੇ ਗੁਰੂ ਸਾਹਿਬ ਜੀ ਆਉਣੇ, ਤੂੰ ਕਿੱਥੋਂ ਲੈ ਕੇ ਆਉਣਾ, ਕਿੰਨੇ ਸਿੰਘ ਤੁਸੀਂ ਜਾਣਾ। ਉਹਨਾਂ ਨੂੰ ਕੋਈ ਪਿੰਡ ਨਹੀਂ ਪੁੱਛਣਾ, ਘਰ ਨਹੀਂ ਪੁੱਛਣਾ, ਨਾਮ ਨਹੀਂ ਪੁੱਛਣਾ। ਫਿਰ ਇੱਕ ਗੱਡੀ ਆਉਂਦੀ ਆ ਅੱਗੇ, ਅਗਲੀ ਸੀਟ 'ਤੇ ਗੁਰੂ ਸਾਹਿਬ ਜੀ ਦੀ ਚਾਦਰ ਵਿਛਾ ਕੇ ਉੱਤੇ ਸੁਭਾਇਮਾਨ ਕੀਤਾ ਸੀਗਾ। ਫਿਰ ਸਾਡੇ ਸਿੰਘਾਂ ਨੂੰ ਆਵਾਜ਼ ਮਾਰੀ, ਬੇਟੇ ਦਾ ਨਾਮ ਲਿਆਓ ਗਿਆ। ਗੁਰੂ ਸਾਹਿਬ ਦੇ ਸਰੂਪ ਨੂੰ ਉਹਨੇ ਆਪਣੇ ਸੀਸ 'ਤੇ ਸੁਭਾਇਮਾਨ ਕਰਕੇ ਪਾਲਕੀ ਸ਼ੁਭਤ ਕੀਤਾ। ਜਦੋਂ ਜਾ ਕੇ ਪਲਕ ਚੱਕੀ ਤੇ ਥੱਲੇ ਬੈਗ ਸੀਗਾ ਤੇ ਬੈਗ ਦੀ ਜਿੱਪ ਤੋੜੀ, ਕਿਉਂਕਿ ਲੌਕ ਲੱਗਾ ਸੀਗਾ। ਜਦੋਂ ਵੇਖਿਆ ਤੇ ਬੇਟਾ ਰੋਣ ਲੱਗ ਪਿਆ। ਐਡਾ ਘੋਰ ਪਾਪ ਕੀਤਾ ਇਹਨਾਂ ਦੁਸ਼ਟਾਂ ਬੰਦਿਆਂ ਨੇ, ਪਤਾ ਨਹੀਂ ਵੀ ਕਿਵੇਂ ਰੱਖਿਆ ਸੀ ਇਹਨਾਂ ਨੇ। ਫਿਰ ਗੁਰੂ ਸਾਹਿਬ ਨੂੰ ਵਿੱਚੋਂ ਬੈਗ 'ਚੋਂ ਕੱਢ ਕੇ ਮਹਾਰਾਜ ਨੂੰ ਪੀੜਾ ਸਾਹਿਬ 'ਤੇ ਸੁਭਾਇਮਾਨ ਹੋਏ। ਉਸ ਵਕਤ ਪਹਿਲੀ ਰਾਤ ਮਹਾਰਾਜ ਪਿਪਲੀ ਕੁਲਛੇਤਰ ਬਾਬਾ ਸਤਨਾਮ ਸਿੰਘ ਨੀਲਧਾਰੀ ਤੁਸੀਂ ਜਾਣਦੇ ਹੀ ਹੋ, ਉਹਨਾਂ ਦੇ ਸਥਾਨ 'ਤੇ 5 ਦਿਨ ਮਹਾਰਾਜ ਰਹੇ। ਫਿਰ ਉਸ ਤੋਂ ਬਾਅਦ ਅਕਤੂਬਰ ਦੀ 16-17 ਤਰੀਕ ਨੂੰ ਫਿਰ ਬਟਾਲੇ ਵਿੱਚ ਮਹਾਰਾਜ ਨੂੰ ਪਾਲਕੀ 'ਤੇ ਫਿਰ ਲੈ ਕੇ ਇੱਥੇ ਆਏ। ਫਿਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਸੇਵਾ ਸੰਭਾਲ ਵਾਸਤੇ ਜਦੋਂ ਬਿਗਲ ਵੱਜਾ, ਫਿਰ ਅਸੀਂ ਡਾਕਟਰ ਸਾਹਿਬ ਦੇ ਨਾਲ, ਸਾਡੇ ਇੱਕ ਡਾਕਟਰ ਇੰਗਲੈਂਡ 'ਚ ਸੀਗੇ, ਉਹਨਾਂ ਨਾਲ ਕੋਈ ਗੱਲਬਾਤ ਚੱਲੀ ਸੰਥਿਆ ਬਾਰੇ। ਅਸੀਂ ਪੁਰਾਤਨ ਸਰੂਪ ਬਾਰੇ ਦੱਸ ਬੈਠੇ। ਉਹ ਕਹਿੰਦੇ ਦਰਸ਼ਨ ਕਰਾਓ। ਜਦੋਂ ਦਰਸ਼ਨ ਕਰਵਾਏ ਉਹ ਰੋਣ ਲੱਗ ਪਏ। ਉਹਨਾਂ ਸਾਨੂੰ ਮਾਇਆ ਦੇ ਦਿੱਤੀ ਵੀ ਸੇਵਾ ਕਰਾਓ। ਸਾਨੂੰ ਪਤਾ ਨਹੀਂ ਸੀਗਾ, ਕਿਉਂਕਿ ਅਸੀਂ ਉਦੋਂ ਦਰਸ਼ਨ ਜਦੋਂ ਪਿਪਲੀ ਕੀਤੇ ਸਾਡਾ ਹਿਰਦਾ ਬਲੁੰਦਰ ਗਿਆ ਸੀਗਾ। ਜਦੋਂ ਵੱਡੇ ਮਹਾਂਪੁਰਸ਼ ਨੇ ਹੁਕਮਨਾਮਾ ਲਿਆ ਤੇ ਪੋਡਰਾਂ ਵਾਂਗੂ ਸਰੂਪ ਝੜਦਾ ਸੀਗਾ। ਫਿਰ ਬਾਬਾ ਨਿਰਮਲ ਸਿੰਘ ਜੀ, ਬਾਬਾ ਬੁੱਢਾ ਸਾਹਿਬ ਅੰਸ਼ ਕਹਿਣਗੇ 9ਵੇਂ ਮਹੱਲੇ ਸਲੋਕ ਉਹਦੇ ਦਰਸ਼ਨ ਕਰਾਓ। ਜਦੋਂ ਕੀਤੇ ਵਿੱਚੋਂ ਫਿਰ ਮਹੱਲਾ 10ਵਾਂ ਨਿਕਲਿਆ। ਫਿਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੁੱਖ ਆਸਨ ਕੀਤਾ। ਫਿਰ ਗੁਰੂ ਸਾਹਿਬ ਜੀ ਇੱਥੇ ਆਉਂਦੇ। ਫਿਰ ਜਦੋਂ ਉਹ ਡਾਕਟਰ ਸਾਹਿਬ ਨਾਲ ਗੱਲ ਹੁੰਦੀ ਹੈ, ਫਿਰ ਉਹਨਾਂ ਨੇ ਜੋ ਜ਼ੋਰ ਪਾਇਆ ਸੇਵਾ ਕਰਾਓ। ਫਿਰ ਅਸੀਂ ਭਾਈ ਹਰਮਿੱਤਰ ਸਿੰਘ ਜੀ ਅਕਾਲ ਆਪਣੇ ਗੁਰੂ ਸਾਹਿਬ ਦੀ ਕਿਰਪਾ ਨਾਲ ਚੌਰ ਬਰਦਾਰ ਸਿੰਘ ਹਰਿਮੰਦਰ ਸਾਹਿਬ, ਉਹਨਾਂ ਨਾਲ ਗੱਲਬਾਤ ਹੋਈ ਵੀ ਸਾਡੀ ਜਾ ਕੇ ਇਹਨਾਂ ਨਾਲ ਗੱਲ ਕਰਾਓ। ਇਹ ਡਾਕਟਰ ਨਿਆਜ਼ ਜੀ ਤੇ ਨਾਲ ਡਾਕਟਰ ਅਮਿਤ ਰਾਣਾ, ਇਹਨਾਂ ਨਾਲ ਗੱਲ ਹੋਈ। ਇਹ ਫਿਰ ਬਟਾਲੇ ਆਏ। ਇਹਨਾਂ ਨੇ 5 ਵਾਰ ਕਿਹਾ ਸੀ ਦਰਸ਼ਨ ਕਰਾਂ, ਟ੍ਰੀਟਮੈਂਟ ਵੇਖਾਂਗੇ ਤੇ ਫਿਰ ਤੁਹਾਨੂੰ ਦੱਸਾਂਗਾ ਕਿੰਨੇ ਪੈਸੇ ਲੱਗਣੇ। 35 ਲੱਖ ਤੋਂ ਸ਼ੁਰੂ ਹੋਇਆ ਸੀ ਕੰਮ ਤੇ ਜਾ ਕੇ 70-80 ਦੇ ਲਾਗੇ ਜਾ ਕੇ ਬ੍ਰੇਕ ਵੱਜੀ ਇਹਨਾਂ ਦੀ ਵੀ ਸਾਰਾ ਕੰਪਲੀਟ ਜੋ ਵੀ ਢਾਂਚਾ ਤਿਆਰ ਕਰਨਾ ਆ, ਜਿੰਨੇ ਵੀ ਬਿਲਡਿੰਗ ਤਿਆਰ ਹੋਣੀ ਹੈ, ਜੋ ਵੀ ਹੋਣਾ ਆ, ਗੁਰੂ ਸਾਹਿਬ ਦੇ ਪੀੜੇ ਕਿੱਦਾਂ ਦੇ ਬਣਨੇ ਚਾਹੀਦੇ, ਕੀ ਕੁਛ ਹੋਣਾ ਚਾਹੀਦਾ, ਸਾਰਾ ਐਵਰੀਥਿੰਗ ਕਰਾ ਕੇ ਇੰਨਾ ਖਰਚ ਦੱਸਿਆ ਸੀਗਾ। ਪਰ ਉਹਦੇ ਨਾਲ ਹੁਣ ਜ਼ਿਆਦਾ ਖਰਚ ਚੱਲ ਰਿਹਾ। ਸਮਾਨ ਫਿਰ ਸਾਰਾ ਇਹਨਾਂ ਦੀ ਦੇਖਭਾਲ ਵਾਸਤੇ ਜੋ ਵੀ ਇਸਤੇਮਾਲ ਕੀਤਾ ਜਾ ਰਿਹਾ, ਕਿਸ ਤਰ੍ਹਾਂ ਉਹਦਾ ਅਰੇਂਜ ਹੋ ਰਿਹਾ, ਕਿੱਥੋਂ ਲਿਆ ਰਹੇ ਹੋ? ਅਮਰੀਕਾ ਤੋਂ ਆਇਆ ਜੀ, ਜਰਮਨ ਤੋਂ, ਜਾਪਾਨ ਤੋਂ ਔਰ ਜੈਪੁਰ ਤੇ ਦਿੱਲੀ ਤੋਂ ਇਹ ਸਮਾਨ ਆਇਆ ਸਾਰਾ। ਦੇਖੋ ਜਿਸ ਚੀਜ਼ ਦਾ ਗਿਆਨ ਨਾ ਹੋਵੇ ਤਾਂ ਉੱਥੇ ਰੁਕਾਵਟਾਂ ਆ ਜਾਂਦੀਆਂ ਨੇ। ਗਿਆਨ ਨਹੀਂ ਸੀਗਾ ਵੀ ਪਰਮਿਸ਼ਨ ਲੈਣੀ ਪੈਂਦੀ ਆ। ਜਦੋਂ ਬਲਕਿ ਤੇ ਘੇਰਾਬੰਦੀ ਹੋ ਗਈ, ਕਿਉਂਕਿ ਰੌਲਾ ਪੈ ਗਿਆ ਵੀ ਸਰੂਪ ਆਇਆ ਪੁਰਾਤਨ, ਤੇ ਪੁਰਾਤਨ ਸਰੂਪ ਵਾਸਤੇ ਤੁਹਾਨੂੰ ਪਤਾ ਵੀ ਸਾਡੀ ਜਮਾਤ SCPC
ਉਹ ਉਹਨਾਂ ਨੇ ਉਸ ਟਾਈਮ ਦੇ ਕੰਨ ਖੜੇ ਕਰ ਲਏ ਵੀ ਫਟਾਫਟ ਚਲੋ ਵੀ ਕਿੱਥੇ ਆਇਆ ਹੈ ਇਤਿਹਾਸਕ ਸਰੂਪ ਨਾਲੇ, ਤੇ ਇਸ ਸਰੂਪ ਨੂੰ ਤਾਂ ਕਦੀ ਵੀ ਨਹੀਂ ਕੋਈ ਸੇਵਾ ਕਰਾ ਸਕਦਾ। ਪਰ ਗੁਰੂ ਸਾਹਿਬ ਜੀ ਨੇ ਸਾਡੀ ਰੱਖ ਰੱਖੀ, ਅਸੀਂ ਅਰਦਾਸ ਕੀਤੀ ਇੰਗਲੈਂਡ ਤੋਂ ਬੈਠੇ ਕਿ ਮਹਾਰਾਜ ਜੇ ਤੁਸੀਂ 11ਵੇਂ ਜਾਮੇ ਦਾ ਮਾਲਕ ਹੋ ਫਿਰ ਜਾਇਆ ਨਾ, ਜੇ ਤੁਸੀਂ 11ਵੇਂ ਜਾਮੇ ਦਾ ਮਾਲਕ ਨੇ ਫਿਰ ਚਲੇ ਜਾਇਓ, ਕੋਈ ਗੱਲ ਨਹੀਂ। ਫਿਰ ਗੁਰੂ ਸਾਹਿਬ ਜੀ ਨੇ ਐਸੀ ਕਿਰਪਾ ਕੀਤੀ, ਸਾਨੂੰ 5 ਤਖ਼ਤਾਂ ਦੇ ਜਥੇਦਾਰਾਂ ਨੂੰ ਬੁਲਾ ਕੇ ਸਾਡੇ ਨਾਲ ਗੱਲਬਾਤ ਕੀਤੀ। ਸਾਡੀਆਂ ਜਿਹੜੀਆਂ ਸੇਵਾਵਾਂ ਸੀ, ਧਰਮ ਯੁੱਧ ਮੋਰਚੇ ਜੇਲ੍ਹਾਂ ਕੱਟੀਆਂ, ਹੋਰ ਪੰਥਕ ਸੇਵਾਵਾਂ ਜਿਹੜੀਆਂ ਉਹਨੂੰ ਮੁੱਦੇ ਅੰਦਰ ਰੱਖਦੇ ਵੀ ਉਹਨਾਂ ਨੇ ਫਿਰ ਸਾਡੇ ਨਾਲ ਗੱਲਬਾਤ ਕਰਕੇ ਫਿਰ ਉਹਨਾਂ ਨੇ ਕਿਹਾ ਵੀ ਠੀਕ ਹੈ ਅਸੀਂ ਦਰਸ਼ਨ ਕਰਾਂਗੇ, ਫਿਰ ਤੁਹਾਨੂੰ ਸੇਵਾ ਦੀ ਗੱਲ ਦੱਸਾਂਗੇ ਵੀ ਕਦੋਂ ਹੋਣੀ ਆ। ਉਹ ਫਿਰ ਆਏ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਹੋਰ ਵੀ ਸਿੰਘ ਸਾਹਿਬਾਨ ਆਏ, ਉਹਨਾਂ ਸਮਾਨ ਚੈੱਕ ਕੀਤਾ, ਫਿਰ ਸਾਰਾ ਚੈੱਕ ਕਰਕੇ ਗੁਰੂ ਸਾਹਿਬ ਦੇ ਸਰੂਪ ਦੇ ਦਰਸ਼ਨ ਕੀਤੇ। ਇੱਕ ਵਾਰ ਤਾਂ ਕਹਿ ਗਏ ਵੀ ਸਰੂਪ ਦੀ ਸੇਵਾ ਨਹੀਂ ਹੋਣੀ, ਬੜਾ ਹਾਲਾਤ ਗੈਰ ਗੰਭੀਰ ਹੈ। ਫਿਰ ਜਦੋਂ ਇਹਨਾਂ ਦੇ ਨਾਲ ਉਹਨਾਂ ਕभी ਗੱਲ ਕਰਾਂਗੇ, ਇਹਨਾਂ ਦੀ ਫਿਰ ਇੰਟਰਵਿਊ ਹੋਈ 2-3 ਘੰਟੇ, ਇਹਨਾਂ ਨੂੰ ਅਕਾਲ ਤਖਤ ਸਾਹਿਬ ਸੱਦ ਕੇ ਇਹਨਾਂ ਨਾਲ ਗੱਲਬਾਤ ਹੋਈ। ਫਿਰ ਇਹਨਾਂ ਨੇ ਕਿਹਾ ਵੀ ਤੁਸੀਂ ਗਿਆਨ ਨਹੀਂ ਹੋ, ਤੁਸੀਂ ਗਿਆਨ ਦੀ ਗੱਲ ਕਰਦੇ ਹੋ, ਤੇ ਸਾਡਾ ਕੰਮ ਹੈ ਟ੍ਰੀਟਮੈਂਟ ਕਰਨਾ, ਅਸੀਂ ਟ੍ਰੀਟਮੈਂਟ ਕਰਾਂਗੇ, ਤੁਸੀਂ ਸਾਨੂੰ ਸੇਵਾ ਇੱਕ ਵਾਰੀ ਬਖਸ਼ਿਸ਼ ਕਰਕੇ ਦੇ ਦਿਓ। ਉਹਨਾਂ ਨੇ ਫਿਰ ਸਾਨੂੰ ਇਹ ਗੁਰੂ ਸਾਹਿਬ ਦੀ ਸੇਵਾ ਜਿਹੜੀ ਹੈ ਆਪਣੇ ਕਰ ਕਮਲਾਂ ਦੇ ਨਾਲ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਫਿਰ ਸਾਨੂੰ ਲਿਖ ਕੇ ਸੇਵਾ ਅਕਾਲ ਤਖਤ ਸਾਹਿਬ ਵੱਲ ਦਿੱਤੀ ਗਈ। ਸ੍ਰੀ ਅਕਾਲ ਤਖਤ ਸਾਹਿਬ ਸੇਵਾ ਕਰਦੇ ਸੀ ਤਾਂ ਹੀ ਇੱਥੇ ਆਏ ਸੀਗੇ, ਤਾਂ ਹੀ ਕਿਉਂਕਿ ਇਹ ਉੱਥੇ ਜਿਹੜੇ ਮਹੰਤ ਨਾਰਾਇਣ ਨੇ ਗੁਰੂ ਸਾਹਿਬ ਦੇ ਵਿੱਚ ਘਵਾੜੀਆਂ ਮਾਰ ਕੇ ਗੁਰੂ ਸਾਹਿਬ ਨੂੰ ਜ਼ਖਮੀ ਕੀਤਾ, ਉਹ ਸੇਵਾ ਜਿਹੜਾ ਮਤਲਬ ਕਿ ਪਾਤਸ਼ਾਹੀ ਬੀੜ ਹੈ, ਇਹ ਲੜੀਵਾਰ ਬੀੜ ਹੈ। ਡੰਡੇ ਵਾਲੀ ਤੇ ਲੜੀਵਾਰ ਬੀੜ 'ਚ ਬੜਾ ਗੈਰ ਗੰਭੀਰ ਦਾ ਫਰਕ ਹੈ। ਉਹਦੇ ਵਿੱਚ ਫਿਰ ਇਹ ਬੜੀ ਬਰੀਕਲੀ ਬੰਦੇ ਦੀ ਜ਼ਰੂਰਤ ਸੀਗੀ। ਫਿਰ ਉਹਨਾਂ ਨੇ ਗਿਆਨੀ ਗੁਰਮੁਖ ਸਿੰਘ ਨੇ ਇਹਨਾਂ ਨੂੰ ਸਿਲੈਕਟ ਕੀਤਾ ਵੀ ਡਾਕਟਰ ਨਿਆਜ਼ ਜੀ ਜਾਣਗੇ, ਹੋਰ ਨਹੀਂ ਕੋਈ ਉੱਥੇ ਜਾ ਸਕਦਾ, ਕਿਉਂਕਿ ਇਹ ਬੜਾ ਗੰਭੀਰੀ ਮਸਲਾ ਵੀ ਹੈ ਤੇ ਇਹ ਬਰੀਕਲੀ ਸੇਵਾ, ਕਿਉਂਕਿ ਇੱਕ ਊੜਾ ਟੁੱਟਾ ਊੜਾ ਲੱਭਣਾ ਹੈ, ਐੜਾ ਟੁੱਟਾ ਐੜਾ ਲੱਭਣਾ, ਔਂਕੜ ਦਲੌਂਕੜ ਲੱਭ ਕੇ ਉਹ ਲਾਉਣੀਆਂ ਨੇ, ਸਿਹਾਰੀਆਂ ਬਿਹਾਰੀਆਂ ਲਾਉਣੀਆਂ ਨੇ। ਇਹ ਨਹੀਂ ਕਿ ਚੱਕ ਕੇ ਫਿੱਟ ਕਰਤੀ ਕੋਈ ਚੀਜ਼, ਇਹ ਕੋਈ ਇੱਟ ਥੋੜ੍ਹੀ ਹੈ ਵੀ ਕੰਧ 'ਚ ਤੇ ਸੀਨਾ ਸਿੱਧੀ ਕਰਕੇ ਲਾਤੀ, ਨਹੀਂ। ਇੱਕ ਕੰਨਾ ਕਨੌੜਾ ਹੋੜਾ ਇਹ ਸਾਰਾ ਲੱਭ ਕੇ ਵਿੱਚ ਮਤਲਬ ਕਿ ਗੁਰੂ ਸਾਹਿਬ 'ਚ ਲਾ ਰਹੇ ਨੇ। ਖਾਸ ਕਰੀਏ ਫਿਰ ਜਲਦ ਸੰਗਤਾਂ ਦੇ ਦਰਸ਼ਨ ਲਈ ਸ਼ੋਭਿਤ ਹੋਵੇਗਾ ਜੀ। ਵੇਖੋ ਜੀ 4 ਤੋਂ ਹੁਣ 5ਵਾਂ ਸਾਲ ਚੜ੍ਹ ਚੁੱਕਾ ਹੈ, ਤੇ ਮੈਂ ਕਹਿੰਦਾ ਸੰਗਤ ਸਾਡਾ ਸਹਿਯੋਗ ਦੇਵੇ, ਜਿੰਨੀਆਂ ਵੀ ਸੰਗਤਾਂ ਬਾਹਰਲੇ ਦੇਸ਼ਾਂ 'ਚ ਬੈਠੀਆਂ ਨੇ ਜਾਂ ਜਿੱਥੇ ਬੈਠੀਆਂ ਨੇ, ਕਿਉਂਕਿ ਇਹ ਕੋਈ ਗੱਲਾਂ ਦੇ ਨਾਲ ਨਹੀਂ ਸੇਵਾ ਹੋ ਜਾਂਦੀ, ਮਾਇਆ ਵੀ ਲੱਗਦੀ ਹੈ ਨਾ, ਤੇ ਮਾਇਆ ਤੋਂ ਬਗੈਰ ਗੱਲ ਨਹੀਂ ਬਣਦੀ। ਸੰਗਤ ਜ਼ਰੂਰ ਸਾਡਾ ਸਹਿਯੋਗ ਦੇਵੇ, ਅਸੀਂ ਆਸ ਕਰਦੇ ਸੰਗਤ ਤੋਂ। ਹੁਣ ਸੁਣੋ ਡਾਕਟਰ ਨਿਆਜ਼ੀ ਨੂੰ ਕਿਵੇਂ ਉਹ ਇਸ ਗੁਰੂ ਸਾਹਿਬ ਦੇ ਸਰੂਪ ਨੂੰ ਪੁਰਾਤਨ ਦਿੱਖ 'ਚ ਲਿਆਉਣ ਲਈ ਦਿਨ ਰਾਤ ਪਿਛਲੇ 4 ਸਾਲਾਂ ਤੋਂ ਲੱਗੇ ਹੋਏ ਨੇ। ਇਕੱਲੇ ਅੰਗ ਤੇ ਇਕੱਲੇ ਅੱਖਰ ਨੂੰ ਜੋੜਨ 'ਚ ਮਾਹਿਰ ਡਾਕਟਰ ਨਿਆਜ਼ੀ ਕਹਿੰਦੇ ਨੇ ਕਿ ਉਹ ਗੁਰੂ ਸਾਹਿਬ ਦੀ ਸੇਵਾ ਕਰਕੇ ਖੁਦ ਨੂੰ ਵਡਭਾਗਾ महसूस कर रहे ने। उस पर पूरा स्वरूप लिखा हुआ है और इसमें सलाब आई थी, उससे कीड़े बन गए थे, उन्होंने पूरे गुरु साहब को नुकसान किया। आपने जितने भी अंग देखे, ये छोटे छोटे अंग देखे, वो सारे गुरु साहब के ही अंग हैं। उसमें से छोटे छोटा अंग भी हमें लगाना है, तो उसके लिए अपना ध्यान, दिमाग और आँखें हर एक चीज़ को खोल के रखना है और उसको वैसा ही लगाना है जैसा कि है। मान लीजिए कहीं पे आ लिखा हुआ है और पीछे वा लिखा हुआ है, तो हमें ये खोजना है कि ये अंग हमारा एक अंग है, वो दोनों साइड में लिखा हुआ है, आ और वा कहाँ पे आ रहा है। तो उसको अगर एक साइड मिल गया, दूसरी साइड नहीं मिला, तो भी नहीं लगा सकते हैं। तो इसी तरह दोनों तरफ देख के कौन सा अंग कहाँ पे आएगा, इस तरीके से फिक्स करना है। जो हमारा स्वरूप तैयार होगा वो भोजपत्र से ही होगा, क्योंकि आपने देखा जितने भी होल्स वगैरह हैं उसमें हम भोजपत्र का ही यूज़ करेंगे। हाँ, उसके सपोर्टिंग के लिए हम एक नीचे पेपर देंगे रेशम का, बीच में ऊपर गुरु साहब का अंग, उसके बाद जितने भी उसमें प्रॉब्लम्स हैं उसको ठीक करेंगे, उसके बाद ऊपर एक रेशम की पेपर और लगाएंगे, जिससे कि हमारे गुरु साहब का जो अंग है उसको पूरी सपोर्ट मिल जाए, या फ्यूचर में उसमें कोई भी डैमेज ना हो, क्योंकि जो पेपर हम लगाएंगे उसकी भी अपनी बहुत बड़ी लाइफ है। मुस्लिम परिवार में जन्म लेकर सिख जो संगत है उसकी सेवा आप कर रहे हो, कैसा लगता है, कैसा फील होता है? ये चीज़ देखिए मैंने कभी सोची नहीं थी कि मैं यहाँ पे आके सेवा करूँगा। वही बात है, ये ऊपर वाले की मर्जी है, उसने मुझे यहाँ पे भेजा है, मेरा दाना पानी यहाँ पे लिखा है। कब तक तैयार हो जाएगा ये? इसमें देखिए टाइम तो बहुत लगेगा, बाकी कोशिश हमारी यही है 1.5 से 2 साल में कंप्लीट कर दें। ਸੋ ਉਮੀਦ ਹੈ ਕਿ ਆਉਣ ਵਾਲੇ 2-3 ਸਾਲਾਂ ਬਾਅਦ ਡਾਕਟਰ ਨਿਆਜ਼ੀ ਦੀ ਸੇਵਾ ਨਾਲ ਇਹ ਪੁਰਾਤਨ ਸਰੂਪ ਦੇ ਦਰਸ਼ਨ ਆਮ ਸੰਗਤ ਵੀ ਕਰ ਸਕੇਗੀ। ਜਿਵੇਂ ਡਾਕਟਰ ਨਿਆਜ਼ੀ ਨੇ ਪਹਿਲਾ ਸਾਕਾ ਨਨਕਾਣਾ ਤੇ ਬਲੂ ਸਟਾਰ ਵੇਲੇ ਪ੍ਰਭਾਵਿਤ ਹੋਏ ਪੁਰਾਤਨ ਗੁਰੂ ਸਹਿਬਾਨ ਦੇ ਅੰਗਾਂ ਦੀ ਸੇਵਾ ਕਰਕੇ ਉਹਨਾਂ ਦੀ ਪੁਰਾਤਨ ਦਿੱਖ ਕਾਇਮ ਰੱਖੀ। ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ।